ਬਚਿੰਤ ਕੌਰ ਦੀ ਕਹਾਣੀ ਹੈ ਔਤਣੀ। ਪਰਮੇਸ਼ਰੀ ਅੱਜ ਫੇਰ ਦਹੀਂ ਦਾ ਕੌਲਾ ਭਰ ਕੇ ਮੀਕੇ ਦੇ ਪਿੰਡੇ ਉੱਤੇ ਮਲ ਰਹੀ ਸੀ। ਉਂਝ ਤੋਂ ਹਰ ਰੋਜ਼ ਆਪਣੇ ਜੁੜਵੇਂ ਪੁੱਤਰਾਂ ਨੂੰ ਦਹੀਂ ਨਾਲ ਹੀ ਪਿੰਡੇ ਨਲਾਉਂਦੀ ਸੀ, ਪਰ ਅੱਜ ਉਹਨੇ ਜ਼ਿੱਦ ਕਰਕੇ ਪੰਡਿਤ ਸ਼ਰਧਾ ਰਾਮ ਤੋਂ ਪੂਰਾ 1 ਸੇਰ ਦਹੀਂ ਬਾਜ਼ਾਰੋਂ ਸਿਰਫ ਆਪਣੇ ਪੁੱਤਰ ਨੂੰ ਨਲਾਉਣ ਲਈ ਉਹਨੂੰ ਮਜਬੂਰ ਕਰਕੇ ਮੰਗਵਾਇਆ ਸੀ, ਕਿਉਂਕਿ ਕੱਲ੍ਹ ਰਾਤ ਮੰਦਰੋਂ ਲਿਆਂਦਾ ਸਾਰਾ ਦੁੱਧ ਬਿੱਲੀ ਰੋੜ ਗਈ ਸੀ, ਜਿਸ ਕਰਕੇ ਪਰਮੇਸ਼ਰੀ ਘਰ ਦਹੀਂ ਨਹੀਂ ਸੀ ਜਮਾ ਸਕੀ। ਮੈਂ ਅਜੇ ਮਹੀਨਾ ਭਰ ਪਹਿਲਾਂ ਹੀ ਨਵੀਂ ਆਪਣੀ ਸੱਸ ਨਾਲੋਂ ਅੱਡ ਹੋ ਕੇ ਇਸ ਮਕਾਨ 'ਚ ਕਿਰਾਏ 'ਤੇ ਆਈ ਸੀ। ਪਰਮੇਸ਼ਰੀ ਨੂੰ ਰੋਜ਼-ਰੋਜ਼ ਦਹੀਂ ਡੋਲਦਿਆਂ ਦੇਖ ਪਰੇਸ਼ਾਨ ਹੁੰਦੀ ਰਹਿੰਦੀ। ਲੋਕਾਂ ਨੂੰ ਇੰਨਾ ਦਹੀਂ ਖਾਣ ਨੂੰ ਨਹੀਂ ਮਿਲਦਾ ਜਿੰਨਾ ਇਹ ਦੋਹਾਂ ਮੁੰਡਿਆਂ ਦੇ ਪਿੰਡਿਆਂ 'ਤੇ ਮਲ-ਮਲ ਨਾਲੀਆਂ 'ਚ ਰੋੜ ਦਿੰਦੀ ਹੈ। ਸ਼ਰਧਾ ਰਾਮ, ਜੋ ਪਿਛਲੀ ਗਲੀ ਵਾਲੇ ਸ਼ਿਵਜੀ ਦੇ ਵੱਡੇ ਮੰਦਰ ਦੀ ਦੇਖਭਾਲ ਕਰਦਾ ਸੀ, ਆਪਣੀ ਤ੍ਰੀਮਤ ਦੀਆਂ ਨਾਲ ਲਾਪਰਵਾਹੀਆਂ ਹੱਥੋਂ ਬਹੁਤ ਪਰੇਸ਼ਾਨ ਹੁੰਦਾ ਰਹਿੰਦਾ। ਮੰਦਰ ਦੇ ਕਰਤਾ ਧਰਤਾ ਸ਼ਰਧਾ ਰਾਮ ਨੂੰ ਚੜ੍ਹੇ ਮਹੀਨੇ ਪੂਰਾ 150 ਰੁਪਇਆ ਦਿੰਦੇ ਸਨ, ਤੇ ਨਾਲੇ ਜੋ ਚੀਜ਼ ਚੜ੍ਹਾਵੇ 'ਚ ਚੜ੍ਹਦੀ ਉਹ ਵੀ ਸ਼ਰਧਾ ਰਾਮ ਆਪਣੇ ਘਰ ਲਿਆ ਸਕਦਾ ਸੀ। ਪਰਮੇਸ਼ਰੀ ਦੇ ਦੋਵੇਂ ਮੁੰਡੇ ਦੇਖਣ ਪਾਖਣ ਨੂੰ ਚੰਗੇ, ਸੁਡੌਲ ਤੇ ਤੰਦਰੁਸਤ ਸਨ। ਉੱਤੋਂ ਦੋਹਾਂ ਦਾ ਪਾਲਣ ਪੋਸ਼ਣ ਵੀ ਦੁੱਧ ਮੱਖਣਾਂ ਨਾਲ ਹੋ ਰਿਹਾ ਸੀ। ਦੋਵੇਂ ਸਰਕਾਰੀ ਸਕੂਲ 'ਚ ਪਹਿਲੀ ਕਲਾਸ 'ਚ ਪੜ੍ਹਨ ਜਾਂਦੇ ਸੀ। ਸ਼ਰਧਾ ਰਾਮ ਦੁਪਹਿਰ ਹੁੰਦਿਆਂ ਹੀ ਦੋਹਾਂ ਨੂੰ ਆਪਣੇ ਸਾਈਕਲ ਉੱਤੇ ਘਰ ਲਿਆਉਂਦਾ ਤੇ ਸਵੇਰੇ ਪਰਮੇਸ਼ਰੀ ਦੋਹਾਂ ਨੂੰ ਰਿਕਸ਼ੇ 'ਚ ਬਿਠਾ ਕੇ ਸਕੂਲ ਛੱਡ ਕੇ ਆਉਂਦੀ। ਮੇਰੀ ਗੋਦੀ, ਮੇਰੀ ਪਲੇਠੀ ਦੀ ਧੀ ਬਬਲੀ ਮਸਾਂ ਅਜੇ 2 ਕੁ ਵਰ੍ਹਿਆਂ ਦੀ ਸੀ, ਪਰ ਮੈਂ ਤਾਂ ਉਹਨੂੰ ਹਮੇਸ਼ਾ ਬਿਨਾਂ ਸਾਬਣ ਤੋਂ ਹੀ ਨਲਾਉਂਦੀ। ਬਹੁਤਾ ਕਰਦੀ ਕਦੇ ਕਦਾਈ ਉਹਦਾ ਮੂੰਹ ਵੇਸਣ ਨਾਲ ਧੋ ਦਿੰਦੀ। ਉਹਨਾਂ ਦਿਨਾਂ 'ਚ ਨਹਾਉਣ ਵਾਲਾ ਸਾਬਣ ਵੀ ਪੂਰੇ 11 ਆਨੇ ਦਾ ਆਉਂਦਾ ਸੀ। ਬਬਲੀ ਦਾ ਪਾਪਾ ਮਸਾਂ 10-15 ਰੁਪਏ ਰੋਜ਼ ਦੇ ਕੱਪੜੇ ਸਿਉਂਦਾ ਸੀ, ਤੇ ਉਦੋਂ ਸੂਟ ਦੀ ਸਿਲਾਈ ਵੀ ਕੁੱਲ 5 ਰੁਪਏ ਹੁੰਦੀ ਸੀ। ਵੱਧ ਤੋਂ ਵੱਧ ਦਿਨ 'ਚ ਉਹ 2 ਸੂਟ ਸਿਉਂ ਲੈਂਦਾ, ਤੇ ਮੈਨੂੰ ਹਮੇਸ਼ਾ ਪਰਮੇਸ਼ਰੀ ਉੱਤੇ ਖਿੱਚ ਚੜ੍ਹਦੀ ਰਹਿੰਦੀ। ਜਦੋਂ ਅੱਧਾ ਦਹੀਂ ਮੁੰਡਿਆਂ ਦੇ ਪਿੰਡਿਆਂ ਉੱਤੇ ਮਲਦੀ ਤੇ ਅੱਧਾ ਪਾਣੀ ਨਾਲ ਨਾਲੀ 'ਚ ਰੋੜਦੀ। ਭੈਣੇ, ਉਹ ਜਾਣੇ ਬਚਣੀਏ, ਮੇਰਾ ਪਿੱਛਾ ਤਾਂ ਹੁਣ ਕੋਈ ਹੈ ਨਹੀਂ। ਸਾਰੇ ਜੀ ਪਾਕਿਸਤਾਨ ਬਣਨ ਵੇਲੇ ਰਾਹ 'ਚ ਹੀ ਵੱਢ ਟੁੱਕ ਦਿੱਤੇ ਕਸਾਈਆਂ ਨੇ। ਮੈਂ ਤਾਂ ਇਹਨਾਂ ਨੂੰ ਦੇਖ ਕੇ ਜਿਉਂਦੀ ਹਾਂ। ਮਸਾਂ ਰੱਬ ਨੇ ਜੀ ਦਿੱਤੇ ਸੀ, ਹੁਣ ਇਹਨਾਂ ਨੇ ਹੀ ਪਾਣੀ ਦੇਣਾ ਬੁਢਾਪੇ 'ਚ ਸਾਨੂੰ। ਪਰਮੇਸ਼ਰੀ ਆਪਣੇ ਦੋਹਾਂ ਪੁੱਤਰਾਂ ਨੂੰ ਜਿਵੇਂ ਲੱਖਾਂ ਕਰੋੜਾਂ ਰੁਪਇਆਂ ਦਾ ਬੈਂਕ ਬੈਲੈਂਸ ਸਮਝਦੀ ਸੀ। ਆਪਣੇ ਮੂੰਹੋਂ ਕੱਢ ਕੇ ਉਹਨਾਂ ਦਾ ਢਿੱਡ ਭਰਦੀ। ਮੁੰਡੇ ਭਾਵੇਂ ਅੱਧੀ ਰਾਤ ਕੋਈ ਚੀਜ਼ ਮੰਗਦੇ, ਦੋਵੇਂ ਜੀ ਹਰ ਹਾਲ ਮੂੰਹੋਂ ਕੱਢੀ ਚੀਜ਼ ਲਿਆ ਕੇ ਦਿੰਦੇ, ਪਰ ਇਹਨਾਂ ਨੂੰ ਕਿਸੇ ਗੱਲੋਂ ਥੁੜ ਮਹਿਸੂਸ ਨਾ ਹੋਣ ਦਿੰਦੇ। ਦੋਹਾਂ ਮੁੰਡਿਆਂ ਦੀ ਇੰਨੀ ਦੇਖਭਾਲ ਹੁੰਦੀ ਵੇਖ ਮੈਂ ਆਪਣੇ ਪੱਕੇ ਰੰਗ ਦੀ ਧੀ ਬਬਲੀ ਦਾ ਮਾਸੂਮ ਜਿਹਾ ਮੁੱਖ ਚੁੰਮ ਲੈਂਦੀ। ਖਬਰੇ ਮੇਰੀ ਗੋਦੀ ਵੀ ਜੇ ਮੁੰਡਾ ਹੁੰਦਾ ਤਾਂ ਮੈਂ ਵੀ ਇਉਂ ਹੀ ਕਰਦੀ। ਉਂਝ ਮੈਨੂੰ ਮੁੰਡੇ ਕੁੜੀਆਂ 'ਚ ਕਦੇ ਕੋਈ ਫਰਕ ਨਹੀਂ ਸੀ ਲੱਗਿਆ। ਇੱਕੋ ਮਕਾਨ 'ਚ ਸਾਡੇ ਦੋਹਾਂ ਟੱਬਰਾਂ ਦਾ ਆਪਣਾ ਇੱਕ ਕਮਰਾ ਸੀ। ਕਮਰਿਆਂ ਦੇ ਵਿੱਚ ਅਸੀਂ ਰਸੋਈ ਬਣਾਉਂਦੀਆਂ, ਪਰ ਗੁਸਲਖਾਨਾ ਸਾਡੇ ਦੋਹਾਂ ਪਰਿਵਾਰਾਂ ਦਾ ਸਾਂਝਾ ਹੀ ਸੀ। 2 ਵਰ੍ਹੇ ਪਿੱਛੋਂ ਸਮੇਂ ਨੇ ਇੱਕ ਅੰਗੜਾਈ ਲਈ ਤਾਂ ਪਰਮੇਸ਼ਰੀ ਦੇ ਪਰਿਵਾਰ ਨੂੰ ਇੱਕ ਵੱਡੇ ਮੰਦਰ 'ਚ ਰਹਿਣ ਲਈ 2 ਕਮਰਿਆਂ ਵਾਲਾ ਪੱਕਾ ਮਕਾਨ ਮਿਲ ਗਿਆ, ਜਿੱਥੇ ਰਸੋਈ ਵੀ ਪੱਕੀ ਬਣੀ ਹੋਈ ਸੀ ਤੇ ਗੁਸਲਖਾਨਾ ਵੀ ਅੱਡ ਬਣਿਆ ਹੋਇਆ ਸੀ। ਇਸ ਨਵੇਂ ਲਕਸ਼ਮੀ ਨਾਰਾਇਣ ਦੇ ਮੰਦਰ ਵਿੱਚ ਉਹਦੇ ਆਦਮੀ ਦੀ ਤਨਖਾਹ ਵੀ ਪੂਰੇ 500 ਰੁਪਏ ਸੀ। ਪਿੱਛੋਂ ਅਸੀਂ ਵੀ ਪਟੇਲ ਨਗਰ ਤੋਂ ਬਦਲ ਕੇ ਰਾਜਪੁਰ ਰੋਡ ਇੱਕ ਜੱਜ ਦੀ ਕੋਠੀ 'ਚ ਆ ਗਏ, ਜਿੱਥੇ ਸਾਨੂੰ 15 ਰੁਪਏ ਮਹੀਨਾ ਕਿਰਾਏ ਉੱਤੇ ਰਹਿਣ ਲਈ ਜੱਜ ਸਾਹਿਬ ਦਾ ਖਾਲੀ ਪਿਆ ਇੱਕ ਮੋਟਰ ਗੈਰੇਜ ਮਿਲ ਗਿਆ। ਵਾਤਾਵਰਨ ਬਹੁਤ ਸਾਫ਼ ਸੁਥਰਾ ਸੀ ਤੇ ਜੱਜ ਸਾਹਿਬ ਦਾ ਪਰਿਵਾਰ ਵੀ ਚੰਗਾ ਮਿਲਣਸਾਰ ਸੀ। ਜੱਜ ਰਾਮ ਸਰੂਪ ਦੀਆਂ 3 ਧੀਆਂ ਸੋਹਣੀਆਂ ਸੁਨੱਖੀਆਂ ਜਿਵੇਂ ਅੰਬਰੋਂ ਉਤਰੀਆਂ ਪਰੀਆਂ ਹੋਣ। ਸੁਲਕਸ਼ਣਾ ਤੇ ਸੁਲੋਚਨਾ ਤਾਂ ਜੇ ਸਕੂਲ ਵਿੱਚ ਹੀ ਪੜ੍ਹਦੀਆਂ ਸੀ, ਪਰ ਤੀਜੀ ਬੇਬੀ ਜੋ ਮੇਰੀ ਹਾਣ ਪ੍ਰਵਾਨ ਸੀ, ਮੈਨੂੰ ਬਹੁਤ ਚੰਗੀ ਲੱਗਦੀ। ਮੈਥੋਂ ਸਿਰਫ 2 ਸਾਲ ਛੋਟੀ। ਮੇਰਾ ਵਿਆਹ ਤਾਂ ਘਰਦਿਆਂ ਨੇ 16ਵਾਂ ਵਰ੍ਹਾ ਲੱਗਦਿਆਂ ਹੀ ਕਰਤਾ ਸੀ, ਤੇ ਸਾਲ ਕੁ ਪਿੱਛੋਂ ਮੇਰੀ ਧੀ ਬਬਲੀ ਜੰਮ ਪਈ ਸੀ। ਬੇਬੀ ਅਜੇ ਮਿਰਾਂਡਾ ਕਾਲਜ 'ਚ BA ਦੇ ਫਾਈਨਲ ਇਮਤਿਹਾਨ ਦੇ ਰਹੀ ਸੀ। ਗੋਰੀ ਚਿੱਟੀ ਜਿਵੇਂ ਹੱਥ ਲਾਇਆ ਮੈਲੀ ਹੁੰਦੀ ਹੋਵੇ, ਉੱਤੋਂ ਲਾਉਣ ਪਾਉਣ ਦੀ ਬੇਹੱਦ ਸ਼ੌਕੀਨਣ। ਖਾਸ ਕਰਕੇ ਨਵੇਂ ਕੱਪੜੇ ਸਿਲਵਾਉਣ ਤੇ ਪਹਿਨਣ ਦਾ ਉਹਨੂੰ ਬੜਾ ਸ਼ੌਕ ਸੀ। ਉਹ ਅਕਸਰ ਮੇਰੇ ਪਤੀ ਨੂੰ ਹਰ ਹਫ਼ਤੇ ਆਪਣਾ ਇੱਕ ਨਾ ਇੱਕ ਸੂਟ ਸਿਉਣ ਲਈ ਦੇਣ ਜ਼ਰੂਰ ਸਾਡੇ ਘਰ ਆਉਂਦੀ। ਉਹ ਜਦੋਂ ਵੀ ਆਉਂਦੀ, ਉਹਦੀਆਂ ਫੁੱਲ ਪੱਤੀਆਂ ਵਰਗੀਆਂ ਬੁੱਲੀਆਂ 'ਚੋਂ ਹਾਸਾ ਡੁੱਲ ਪੈਂਦਾ। ਮੇਰੇ ਪਤੀ ਨੂੰ ਅਕਸਰ ਮਾਸਟਰ ਜੀ ਕਹਿ ਕੇ ਸੰਬੋਧਨ ਕਰਦੀ, ਪਰ ਮੈਨੂੰ ਉਹ ਹਮੇਸ਼ਾ ਮੇਰਾ ਨਾਂ ਲੈ ਕੇ ਹੀ ਬੁਲਾਉਂਦੀ।
ਹੌਲੀ-ਹੌਲੀ ਸਾਡੀ ਦੋਹਾਂ ਦੀ ਦੋਸਤੀ ਦਿਨੋਂ ਦਿਨ ਵੱਧਦੀ ਗਈ। ਹੁਣ ਅਸੀਂ ਦੋਵੇਂ ਅਕਸਰ ਜਮਨਾ ਦੇ ਕਿਨਾਰੇ ਬਣੇ ਮੰਦਰ 'ਚ ਇਕੱਠੀਆਂ ਹੀ ਜਾਂਦੀਆਂ। ਕਦੇ ਹਨੂੰਮਾਨ ਦੇ ਮੰਦਰ, ਕਦੇ ਲਕਸ਼ਮੀ ਨਾਰਾਇਣ ਦੇ, ਤੇ ਕਦੇ-ਕਦੇ ਉੱਥੇ ਬਣੇ ਇੱਕ ਛੋਟੇ ਜਿਹੇ ਗੁਰਦੁਆਰੇ ਵੀ ਚਲੀਆਂ ਜਾਂਦੀਆਂ, ਜੋ ਉਦੋਂ ਕੱਚੀ ਜਿਹੀ ਚਾਰਦੀਵਾਰੀ ਅੰਦਰ ਹੀ ਬਣਿਆ ਹੋਇਆ ਸੀ। ਪਰ ਇਹ ਗੱਲ ਜੱਜ ਸਾਹਿਬ ਦੀ ਪਤਨੀ ਸ਼ੀਲਾ ਰਾਣੀ ਨੂੰ ਭੋਰਾ ਪਸੰਦ ਨਹੀਂ ਸੀ। ਉਹਦੀ ਪਰੀਆਂ ਵਰਗੀ ਸੋਹਣੀ ਧੀ ਬੇਬੀ ਮੇਰੇ ਵਰਗੀ ਨੌਕਰਾਣੀ ਨੁਮਾ ਗਰੀਬ ਅਨਪੜ੍ਹ ਔਰਤ ਨਾਲ ਪੈਦਲ ਮੰਦਰ ਜਾਵੇ, ਕਿਉਂ ਭਲਾ? ਤੇ ਜਦ ਘਰ 'ਚ ਮੋਟਰ ਗੱਡੀ ਹੈ, ਡਰਾਈਵਰ ਹੈ ਤੇ ਸਾਥ ਲਈ 2 ਛੋਟੀਆਂ ਭੈਣਾਂ। ਪਰ ਇਸ ਵਿੱਚ ਵੀ ਇੱਕ ਭੇਦ ਛੁਪਿਆ ਹੋਇਆ ਸੀ। ਉਹ ਇਹ ਕਿ ਬੇਬੀ ਆਪਣੇ ਕਾਲਜ ਦੇ ਇੱਕ ਸੋਹਣ ਲਾਲ ਨਾਂ ਦੇ ਮੁੰਡੇ ਨਾਲ ਪਿਆਰ ਕਰਦੀ ਸੀ ਤੇ ਉਸੇ ਨਾਲ ਵਿਆਹ ਕਰਾਉਣ ਲਈ ਬਜ਼ਿੱਦ ਸੀ, ਜੋ ਜੱਜ ਸਾਹਿਬ ਨੂੰ ਭੋਰਾ ਨਹੀਂ ਸੀ ਪਾਉਂਦਾ। ਅਖੀਰ ਇਸ ਪਿਆਰ ਨੂੰ ਪਾਉਣ ਲਈ ਬੇਬੀ ਨੇ 40 ਦਿਨ ਨੰਗੇ ਪੈਰੀਂ ਲਕਸ਼ਮੀ ਨਾਰਾਇਣ ਦੇ ਮੰਦਰ ਜਾਣ ਦੀ ਸੁਖਣਾ ਸੁੱਖ ਲਈ। ਇਸ ਗੱਲ ਦਾ ਰਾਜ਼ ਉਹਨੇ ਸਿਰਫ ਮੈਨੂੰ ਹੀ ਦੱਸਿਆ ਸੀ। ਇਉਂ ਬੇਬੀ ਛੇਤੀ ਮੇਰੇ ਨਾਲ ਇੰਨਾ ਘੁਲ ਮਿਲ ਗਈ ਕਿ ਗਰੀਬ ਅਮੀਰ ਜਾਂ ਛੋਟੇ ਵੱਡੇ 'ਚ ਹੁਣ ਉਹਨੂੰ ਕੋਈ ਫਰਕ ਹੀ ਨਹੀਂ ਸੀ ਲੱਗਦਾ। ਉਧਰ ਮੈਂ ਵੀ ਉਹਦੇ ਮੋਹ 'ਚ ਆ ਕੇ ਆਪਣਾ ਅਤੀਤ ਭੁੱਲ ਗਈ। ਮੈਂ ਤਾਂ ਪਰਮੇਸ਼ਰੀ ਉੱਤੇ ਉਹਦੇ ਪੂਰੇ ਪਰਿਵਾਰ ਨੂੰ ਹੀ ਵਿਸਰ ਚੁੱਕੀ ਸੀ। ਹੁਣ ਤਾਂ ਮੈਨੂੰ ਨਾ ਕਦੇ ਰਣਜੀਤ ਨਗਰ, ਨਾ ਹੀ ਆਪਣਾ ਪੁਰਾਣਾ ਮਕਾਨ ਯਾਦ ਆਇਆ ਸੀ, ਜਿੱਥੇ ਮੈਂ ਤੇ ਪਰਮੇਸ਼ਰੀ ਇੱਕ ਕਮਰੇ 'ਚ 30-30 ਰੁਪਇਆ ਮਹੀਨਾ ਕਿਰਾਏ 'ਤੇ ਰਹਿੰਦੀਆਂ ਸੀ। ਹੁਣ ਤਾਂ ਨਾ ਕਦੇ ਉਹਦੇ ਮੁੰਡੇ ਤੇ ਨਾ ਹੀ ਉਸ ਦਹੀਂ ਦੇ ਭਰੇ ਕੌਲੇ ਦਾ ਹੀ ਮੈਨੂੰ ਕਦੇ ਖਿਆਲ ਆਇਆ, ਜਿਹਨੂੰ ਉਹ ਬੇਅਰਥ ਨਾਲੀ 'ਚ ਵਹਾਉਂਦੀ ਰਹਿੰਦੀ ਸੀ। ਬਬਲੀ ਹੁਣ ਜੱਜ ਸਾਹਿਬ ਦੀਆਂ ਧੀਆਂ ਦੇ ਨਾਲ ਹੀ ਮੋਟਰ 'ਚ ਬੈਠ ਕੇ ਸਕੂਲ ਜਾਂਦੀ ਤੇ ਉਹਨਾਂ ਦੇ ਨਾਲ ਹੀ ਸਕੂਲੋਂ ਆਉਂਦੀ। ਉਹ ਜੱਜ ਸਾਹਿਬ ਦੀਆਂ ਛੋਟੀਆਂ ਧੀਆਂ ਸੁਲਕਸ਼ਣਾ ਤੇ ਸੁਲੋਚਨਾ ਦੇ ਨਾਲ ਹੀ ਕੋਠੀ ਦੇ ਵੱਡੇ ਪਾਰਕ ਵਿੱਚ ਖੇਡਦੀ ਫਿਰਦੀ। ਸ਼ੀਲਾ ਰਾਣੀ, ਜੱਜ ਸਾਹਿਬ ਦੀ ਪਤਨੀ, ਬਬਲੀ ਨੂੰ ਵੀ ਆਪਣੀਆਂ ਧੀਆਂ ਵਾਂਗ ਹੀ ਪਿਆਰ ਦੁਲਾਰ ਦਿੰਦੀ। ਬੇਬੀ ਦੀ 40 ਦਿਨਾਂ ਦੀ ਸੁਖਣਾ ਹੁਣ ਪੂਰੀ ਹੋ ਚੁੱਕੀ ਸੀ। ਜੱਜ ਸਾਹਿਬ ਨੇ ਨਾ ਚਾਹੁੰਦਿਆਂ ਹੋਇਆ ਬੇਵੱਸ ਹੋ ਕੇ ਉਸੇ ਮੁੰਡੇ ਨਾਲ ਬੇਬੀ ਦਾ ਰਿਸ਼ਤਾ ਪੱਕਾ ਕਰ ਦਿੱਤਾ, ਜਿਹਨੂੰ ਉਹ ਚਾਹੁੰਦੀ ਸੀ, ਪਰ ਦਿਲੋਂ ਨਹੀਂ, ਮਨ ਨੂੰ ਮਾਰ ਕੇ। ਵਿਸਾਖ ਮਹੀਨੇ ਉਹਦਾ ਵਿਆਹ ਪੂਰੇ ਰਸਮਾਂ ਰਿਵਾਜ਼ਾਂ ਨਾਲ ਪੂਰਾ ਚੜ੍ਹ ਗਿਆ। ਬੇਬੀ ਹੁਣ ਆਪਣੇ ਪੇਕੇ ਘਰ ਘੱਟ ਵੱਧ ਹੀ ਆਉਂਦੀ ਸੀ, ਪਰ ਜਮਨਾ ਕਿਨਾਰੇ ਬਣੇ ਮੰਦਰ 'ਚੋਂ ਕਦੇ-ਕਦਾਈ ਮੈਨੂੰ ਜ਼ਰੂਰ ਮਿਲ ਜਾਂਦੀ। ਕਦੇ ਆਪਣੇ ਪਤੀ ਨਾਲ ਹੁੰਦੀ, ਕਦੇ ਆਪਣੀ ਸੱਸ ਨਾਲ। ਹੁਣ ਤਾਂ ਬੇਬੀ ਦੀ ਗੋਦ ਵੀ ਭਰ ਚੁੱਕੀ ਸੀ। ਸਮੇਂ ਨੇ ਇੱਕ ਹੋਰ ਲੰਬੀ ਛਲਾਂਗ ਲਗਾ ਲਈ ਸੀ। ਬਬਲੀ 10ਵੀਂ ਦੇ ਇਮਤਿਹਾਨ 'ਚੋਂ ਫਸਟ ਡਿਵੀਜ਼ਨ ਲੈ ਕੇ ਪਾਸ ਹੋਈ। ਇਸ ਲਈ ਅਸੀਂ ਦੋਵੇਂ ਲਕਸ਼ਮੀ ਨਾਰਾਇਣ ਦੇ ਮੰਦਰ ਗਈਆਂ। ਗਰਮੀ ਆਪਣੇ ਜ਼ੋਰਾਂ 'ਤੇ ਸੀ। ਪਿਆਸੇ ਪੰਛੀ ਆਪਣੀਆਂ ਚੁੰਝਾਂ ਖੋਲ੍ਹੀ ਜਿਵੇਂ ਪਾਣੀ ਦੀ ਬੂੰਦ-ਬੂੰਦ ਨੂੰ ਵਿਆਕੁਲ ਹੋ ਰਹੇ ਸੀ। ਸ਼ਾਇਦ ਇਹ ਇਕਾਦਸ਼ੀ ਦਾ ਦਿਨ ਸੀ। ਰਾਹ 'ਚ ਕਈ ਥਾਈਂ ਮਿੱਠੇ ਪਾਣੀ ਦੀਆਂ ਛਬੀਲਾਂ ਲੱਗੀਆਂ ਸਨ। ਉੱਥੇ ਸੇਵਾ ਕਰ ਰਹੇ ਮੁੰਡਿਆਂ ਨੇ ਸਾਨੂੰ ਵੀ ਰੋਕ ਕੇ ਠੰਡਾ ਸ਼ਰਬਤ ਪਿਲਾਇਆ ਤੇ ਅਸੀਂ ਖੁਸ਼ੀ-ਖੁਸ਼ੀ ਲੱਡੂਆਂ ਦੇ 5 ਡੱਬੇ ਹੱਥਾਂ 'ਚ ਫੜੇ ਮੰਦਰ ਪਹੁੰਚ ਗਈਆਂ। ਮੰਦਰ ਦੇ ਅੰਦਰ ਸ਼ਰਧਾਲੂਆਂ ਦੀਆਂ ਲੰਬੀਆਂ-ਲੰਬੀਆਂ ਕਤਾਰਾਂ ਸਨ। ਹਰ ਕੋਈ ਆਪਣੀ-ਆਪਣੀ ਵਾਰੀ ਦੀ ਉਡੀਕ 'ਚ ਕਾਹਲਾ ਜਾਪਦਾ ਸੀ। ਸਾਡੀ ਵਾਰੀ ਆਈ ਤਾਂ ਅਸੀਂ ਭਗਵਾਨ ਦੀ ਮੂਰਤੀ ਅੱਗੇ ਲੱਡੂਆਂ ਦਾ ਇੱਕ ਡੱਬਾ ਚੜ੍ਹਾ ਕੇ ਮੱਥਾ ਟੇਕਿਆ। 4 ਡੱਬੇ ਬਾਹਰ ਬੈਠੇ ਮਾੜੇ ਮੰਗਤਿਆਂ ਲਈ ਨਾਲ ਲੈ ਆਏ ਤੇ ਛੇਤੀ-ਛੇਤੀ ਕਦਮ ਚੁੱਕਦੀਆਂ ਭੀੜ ਤੋਂ ਬਾਹਰ ਆ ਗਈਆਂ। ਮੰਦਰ ਦੇ ਬਾਹਰ ਤਾਂ ਕਿੰਨੇ ਹੀ ਮਾੜੇ ਮੰਗਤੇ ਆਪਣੇ-ਆਪਣੇ ਤਰੀਕੇ ਨਾਲ ਮੱਥਾ ਟੇਕਣ ਆਏ ਸ਼ਰਧਾਲੂਆਂ ਤੋਂ ਭਿੱਖਿਆ ਮੰਗ ਰਹੇ ਸਨ। ਕੁਝ ਮੈਲੀਆਂ ਕੁਚੈਲੀਆਂ ਝੋਲੀਆਂ ਅੱਡ-ਅੱਡ, ਕੁਝ ਉੱਚੀ-ਉੱਚੀ ਬੋਲ ਕੇ ਲੋਕਾਂ ਨੂੰ ਦੁਆਵਾਂ ਦਿੰਦੇ ਹੋਏ, ਪਰ ਕੁਝ ਚੁੱਪ-ਚਾਪ ਵੀ ਸਨ। ਕੋਈ ਕੁਝ ਦੇਵੇ ਤਾਂ ਭਲਾ ਨਾ ਦੇਵੇ। ਕੁਝ ਐਸੀ ਮੰਗਤਿਆਂ 'ਚ ਬਬਲੀ ਲੱਡੂ ਵੰਡਣ ਲੱਗ ਪਈ। ਇੱਕ ਡੱਬਾ ਉਹ ਵੰਡ ਚੁੱਕੀ ਸੀ। 3 ਡੱਬੇ ਪੂਰੇ ਅਜੇ ਮੇਰੇ ਹੱਥਾਂ 'ਚ ਫੜੇ ਸਨ। ਜਦੋਂ ਉੱਚੀ ਦੇਣੀ ਚਿੱਲਾ ਕੇ ਬੋਲੇ, ਮੰਮੀ ਇੱਧਰ ਦੇਖ। ਕੀ ਹੋਇਆ? ਮੈਂ ਘਬਰਾ ਕੇ ਪੁੱਛਿਆ। ਦੇਖੋ ਪਰਮੇਸ਼ਵਰੀ ਆਂਟੀ। ਮੈਨੂੰ ਜਿਵੇਂ ਬਬਲੀ ਦੀ ਗੱਲ ਦਾ ਯਕੀਨ ਨਾ ਆਇਆ। ਮੈਂ ਮੰਗਤਿਆਂ ਦੀ ਕਤਾਰ 'ਚ ਬੈਠੀ ਔਰਤ ਨੂੰ ਜਦੋਂ ਨੀਝ ਲਾ ਕੇ ਕੋਲ ਜਾ ਕੇ ਦੇਖਿਆ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਤਾਂ ਸੱਚਮੁੱਚ ਪਰਮੇਸ਼ਰੀ ਸੀ। ਉਹਦੀਆਂ ਹੱਥਾਂ ਦੀਆਂ ਉਂਗਲਾਂ ਪੂਰੀ ਤਰ੍ਹਾਂ ਜ਼ਖਮੀ ਸਨ। ਉਹਨੇ ਮੈਨੂੰ ਦੇਖਦਿਆਂ ਆਪਣੇ ਦੋਵੇਂ ਹੱਥ ਮੈਲੀ ਜੀ ਚੁੰਨੀ ਹੇਠਾਂ ਲੁਕਾ ਲਏ। ਇਹ ਮੈਂ ਕੀ ਦੇਖ ਰਹੀ ਹਾਂ ਭੈਣੇ? ਸ਼ਰਦਾ ਰਾਮ ਕਿੱਥੇ ਹੈ? ਮੁੰਡੇ ਕਿਵੇਂ ਹੈ? ਤੇਰਾ ਇਹ ਹਾਲ ਕਿਉਂ ਹੋਇਆ? ਮੈਂ ਤੇ ਮੂਰਖਾਂ ਵਾਂਗ ਉਹਨੂੰ ਇੱਕੋ ਸਾਹ ਸਵਾਲ 'ਤੇ ਸਵਾਲ ਕਰੀ ਜਾ ਰਹੀ ਸੀ, ਪਰ ਉਹਨੇ ਜਿਵੇਂ ਆਪਣੀ ਜ਼ਬਾਨ ਨੂੰ ਤਾਲਾ ਲਾ ਲਿਆ ਹੋਵੇ। ਆਖਿਰ ਬਬਲੀ ਨੇ ਪਰਮੇਸ਼ਰੀ ਨੂੰ ਆਪਣੇ ਕਲਾਵਿਆਂ 'ਚ ਭਰ ਲਿਆ। ਉੱਠੋ ਆਂਟੀ, ਇੱਥੋਂ ਆਪਾਂ ਪਰੇ ਜਾ ਕੇ ਬੈਠਦੀਆਂ। ਬਬਲੀ ਦੇ ਬੋਲਾਂ ਨੇ ਉਹਨੂੰ ਪਿਘਲਾ ਦਿੱਤਾ। ਉਹ ਹਟਕੋਰੇ ਭਰਦੀ ਮੰਗਤਿਆਂ ਦੀ ਕਤਾਰ 'ਚ ਉੱਠ ਕੇ ਸਾਡੇ ਨਾਲ ਪਰਾਂ ਨੂੰ ਆ ਗਈ।
ਮੰਦਰ ਮੋਹਰੇ ਉੱਗੇ ਪੁਰਾਣੇ ਬੁੱਢੇ ਪਿੱਪਲ ਹੇਠ ਆ ਕੇ ਅਸੀਂ ਤਿੰਨੋਂ ਕੋਲੋਂ ਕੋਲੀ ਬੈਠ ਗਈਆਂ। ਹੁਣ ਪਰਮੇਸ਼ਰੀ ਦੇ ਹੰਝੂਆਂ ਦੀ ਝੜੀ ਜਿਵੇਂ ਰੁਕਣ ਦਾ ਨਾਂ ਹੀ ਨਹੀਂ ਸੀ ਲੈ ਰਹੀ। ਬਬਲੀ ਨੇ ਫੇਰ ਉਹਨੂੰ ਆਪਣੀ ਛਾਤੀ ਨਾਲ ਘੁੱਟਦਿਆਂ ਕਿਹਾ, ਆਂਟੀ ਤੁਸੀਂ ਦੱਸੋ ਤਾਂ ਸਹੀ, ਵੀਰ ਕਿੱਥੇ ਨੇ, ਅੰਕਲ ਕਿੱਥੇ ਹੈ? ਉਹਦੇ ਬਾਰ-ਬਾਰ ਪੁੱਛਣ ਉੱਤੇ ਪਰਮੇਸ਼ਰੀ ਦੇ ਮਾੜੇ ਜਿਹੇ ਬੁੱਲ੍ਹ ਫਰਕੇ, ਪਰ ਉਹ ਬੋਲ ਕੁਛ ਵੀ ਨਾ ਸਕੀ। ਇੱਕ ਠੰਡਾ ਜਿਹਾ ਹੌਕਾ ਉਹਦੀ ਛਾਤੀ ਨੂੰ ਚੀਰ ਕੇ ਬਾਹਰ ਆਇਆ। ਮੈਂ ਉਹਦੇ ਸਿਰ ਨੂੰ ਆਪਣੀ ਛਾਤੀ ਨਾਲ ਘੁੱਟਦਿਆਂ ਕਿਹਾ, ਭੈਣੇ ਦੱਸ ਤਾਂ ਸਹੀ, ਸ਼ਾਇਦ ਮੈਂ ਕੁਛ ਤੇਰੀ ਮਦਦ ਕਰ ਸਕਾਂ। ਮੈਨੂੰ ਤਾਂ ਰੱਬ ਚੁੱਕ ਹੀ ਲਵੇ ਭੈਣੇ, ਮੇਰੇ ਜਿਉਣ ਦਾ ਹੁਣ ਕੋਈ ਹੱਜ ਨਹੀਂ ਰਿਹਾ। ਆਪ ਤਾਂ ਵੈਰੀ ਤੁਰ ਗਿਆ, ਮੇਰੇ ਨਾਲ ਵੈਰ ਕਮਾ ਕੇ ਛੁੱਟ ਗਿਆ ਸਾਰੇ ਦੁੱਖਾਂ ਤੋਂ। ਇੰਨਾ ਕਹਿੰਦੀ ਪਰਮੇਸ਼ਰੀ ਹੋਰ ਵੀ ਭੁੱਬੀ ਰੋਣ ਲੱਗੀ। ਫਿਰ ਜਿਵੇਂ ਉਹਦੇ ਸਾਰੇ ਬੋਲ ਉਹਦੇ ਸੰਗ ਵਿੱਚ ਹੀ ਅਟਕ ਕੇ ਰਹਿ ਗਏ। ਮੁੰਡੇ ਕਿੱਥੇ ਨੇ ਭੈਣੇ? ਮੈਂ ਫਿਰ ਸਵਾਲ ਕੀਤਾ, ਪਰ ਉਹਦੇ ਸੰਗ 'ਚ ਜਿਵੇਂ ਕੋਈ ਕੱਚ ਦਾ ਗੋਲਾ ਅੜ ਗਿਆ ਹੋਵੇ। ਉਹਦੀਆਂ ਅੱਖਾਂ ਜ਼ਮੀਨ 'ਚ ਗੱਡੀਆਂ ਗਈਆਂ ਸਨ। ਬੋਲ ਭੈਣ, ਕੁਛ ਤਾਂ ਦੱਸ। ਮੈਂ ਆਪਣੇ ਸਵਾਲ ਦਾ ਜਵਾਬ ਅਜੇ ਵੀ ਉਹ ਤੋਂ ਮੰਗ ਰਹੀ ਸੀ। ਉਹਨੇ ਬੜੀ ਮੁਸ਼ਕਿਲ ਨਾਲ ਆਪਣੀ ਪਾਟੀ ਪੁਰਾਣੀ ਮੈਲੀ ਕੁਚੈਲੀ ਚੁੰਨੀ ਨੂੰ ਆਪਣੀਆਂ ਅੱਖਾਂ ਮੂਹਰੇ ਕਰਦਿਆਂ ਕਿਹਾ, ਕੀ ਦੱਸਾਂ ਭੈਣ, ਪਿਓ ਦੇ ਅੱਖਾਂ ਮੀਟਣ ਪਿੱਛੋਂ ਦੋਵੇਂ ਮੁੰਡੇ ਭੈੜੀਆਂ ਵਾਦੀਆਂ 'ਚ ਪੈ ਗਏ। ਪਹਿਲਾਂ ਸ਼ਰਾਬਾਂ, ਕਬਾਬਾਂ ਅਤੇ ਹੋਰ ਭਾਂਤ-ਭਾਂਤ ਦੇ ਨਸ਼ੇ ਕਰਨ ਲੱਗ ਪਏ, ਫਿਰ ਚੋਰੀਆਂ ਚਕਾਰੀਆਂ, ਹੁਣ ਆਏ ਤੀਏ ਦਿਨ ਜੇਲ੍ਹ 'ਚ ਹੁੰਦੇ ਐ। ਛੋਟੇ ਨੇ ਮੇਰੀਆਂ ਉਂਗਲਾਂ 'ਤੇ ਤੇਜ਼ਾਬ ਪਾ ਕੇ ਮੇਰੀਆਂ ਉਂਗਲਾਂ ਜਲਾ ਦਿੱਤੀਆਂ ਤਾਂ ਕਿ ਲੋਕ ਮੈਨੂੰ ਅਪਾਹਜ ਜਾਣ ਕੇ ਆਪਣੇ ਆਪ ਭਿੱਖਿਆ ਦੇ ਦੇਣ। ਮੂੰਹੋਂ ਤਾਂ ਇੰਨਾ ਕਹਿੰਦੀ ਪਰਮੇਸ਼ਰੀ ਫਿਰ ਫਿੱਸ ਪਈ ਅਤੇ ਆਪਣੇ ਮੱਥੇ ਉੱਤੇ ਦੁਹੱਥੜਾ ਮਾਰਦੀ ਉੱਚੀ ਦੇਣੀ ਚਿਲਾਉਂਦੀ ਹੋਈ ਬੋਲੀ, ਐਸੀ ਔਲਾਦ ਨਾਲੋਂ ਤਾਂ ਮੈਂ ਉਤਣੀ ਚੰਗੀ ਸੀ ਭੈਣੇ। ਪਰਮੇਸ਼ਰੀ ਦੇ ਆਖਰੀ ਬੋਲ ਸੁਣ ਕੇ ਮੇਰੇ ਲੂੰ ਕੰਡੇ ਖੜੇ ਹੋ ਗਏ। ਮੇਰਾ ਰੋਮ ਰੋਮ ਕੰਬ ਉੱਠਿਆ। ਮੈਨੂੰ ਸਮਝ ਹੀ ਕੁਛ ਨਹੀਂ ਸੀ ਆ ਰਿਹਾ ਕਿ ਪਰਮੇਸ਼ਰੀ ਦੀ ਇਸ ਦਸ਼ਾ ਦਾ ਜ਼ਿੰਮੇਵਾਰ ਕੌਣ ਹੈ। ਧੰਨਵਾਦ।